स्टूडेंट्स ये अपना गवर्नमेंट कंपनी अपना थर्ड पार्ट है। ठीक है, 2 ਆਪਾਂ ਲੈਕਚਰ ਲਗਾ ਚੁੱਕੇ ਪਲੇਲਿਸਟ ਦੇ ਵਿੱਚ ਪਏ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਠੀਕ ਹੈ, ਆਪਾਂ ਸਟਾਰਟ ਕਰ ਰਹੇ ਹਾਂ ਤੀਸਰਾ ਚੈਪਟਰ 11th ਕਲਾਸ ਦੀ ਪਬਲਿਕ ਪ੍ਰਾਈਵੇਟ ਐਂਡ ਗਲੋਬਲ ਐਂਟਰਪ੍ਰਾਈਜ਼ ਚੈਪਟਰ ਦਾ ਨਾਮ ਹੈ। देखो गवर्नमेंट कंपनी पढ़ांगे। गवर्नमेंट कंपनी की होंगी है, गवर्नमेंट कंपनी मीनस एनी कंपनी इन विच एटलीस्ट, देखो इनू ध्यान ना पढ़ो, एटलीस्ट 51% ऑफ पेड अप कैपिटल, मतलब गवर्नमेंट कंपनी का घट्टो घट्ट 51% हिस्सा होएगा किसी भी कंपनी दे विच गवर्नमेंट का 51% हिस्सा होएगा जिसनों हैल्ड किता होगा सेंट्रल या स्टेट गवर्नमेंट ने ਜਾਂ ਫਿਰ ਪਾਰਸ਼ਲੀ ਸੈਂਟਰਲ ਜਾਂ ਪਾਰਸ਼ਲੀ ਸਟੇਟ ਗਵਰਨਮੈਂਟ ਨੇ। ਧਿਆਨ ਨਾਲ ਸੁਣੋ, ਗਵਰਨਮੈਂਟ ਕੋਈ ਵੀ ਕੰਪਨੀ ਹੈ ਜਿਹਦੇ ਵਿੱਚ 51% ਘੱਟੋ ਘੱਟ 51% ਹਿੱਸਾ ਕਿਹਦਾ ਹੋਊਗਾ, ਗਵਰਨਮੈਂਟ ਦਾ ਹੋਊਗਾ। ਉਹ ਹੈਲਡ ਹੋਊਗਾ ਜਾਂ ਤਾਂ ਸੈਂਟਰਲ ਦਾ ਹੋਊਗਾ ਜਾਂ ਸਟੇਟ ਦਾ ਹੋਊਗਾ, ਜਾਂ ਪਾਰਸ਼ਲੀ ਸੈਂਟਰਲ ਨੇ ਕੀਤਾ ਹੋਊਗਾ ਜਾਂ ਪਾਰਸ਼ਲੀ ਸਟੇਟ ਨੇ ਕੀਤਾ ਹੋਏਗਾ। The government company are governed and ruled by the provision of Company Act 2013 like any other registered company। ਕਹਿੰਦੇ ਜਿਹੜੀ ਵੀ ਕੰਪਨੀ ਹੋਏਗੀ ਉਹ ਕਿਹਦੀ ਪ੍ਰੋਵੀਜ਼ਨ ਦੇ ਅਕੋਰਡਿੰਗ ਚੱਲੇਗੀ, ਕੰਪਨੀ ਐਕਟ 2013। ਪਹਿਲਾਂ 1956 ਹੁੰਦਾ ਸੀ, ਹੁਣ ਆਪਾਂ ਕੰਪਨੀ ਐਕਟ 2013 ਦੇ ਅਕੋਰਡਿੰਗ ਕਰਦੇ ਹਾਂ। ਇਹਦੇ ਵਿੱਚ ਕਿਹੜੀ ਕਿਹੜੀ ਗਵਰਨਮੈਂਟ ਕੰਪਨੀਆਂ ਆਉਂਦੀਆਂ? ਸਟੀਲ ਅਥਾਰਟੀ ਆਫ ਇੰਡੀਆ ਇਹ ਗਵਰਨਮੈਂਟ ਕੰਪਨੀ ਹੈ। स्टेट ट्रेडिंग कॉरपोरेशन है गवर्नमेंट कंपनी है। हिंदुस्तान मशीन टूल्स एक गवर्नमेंट कंपनी है, ये थोड़े याद रखना है। स्टील अथॉरिटी ऑफ इंडिया, स्टेट ट्रेडिंग कॉरपोरेशन, हिंदुस्तान मशीन टूल्स, ये सारे की है गवर्नमेंट कंपनीज है। फीचर्स की ने गवर्नमेंट कंपनी दे और व्हील दे कहते रजिस्ट्रेशन। द गवर्नमेंट कंपनी गैट्स इनकॉर्पोरेटेड अंडर द Company Act 2013 all the provision of Company Act are applicable on the government company। Government can exempt it from some provision by passing a special resolution। ਕਹਿੰਦੇ ਇਹਦੀ ਜਦੋਂ ਇਹਨੂੰ ਚਲਾਉਣਾ ਹੈ ਜਾਂ ਇਹਦੀ ਰਜਿਸਟ੍ਰੇਸ਼ਨ ਕਰਨੀ ਹੈ, ਰਜਿਸਟ੍ਰੇਸ਼ਨ ਕਹਿੰਦੇ ਕਿਹਦੇ ਅਕੋਰਡਿੰਗ ਹੋਊਗੀ, ਕੰਪਨੀ ਐਕਟ 2013 ਦੇ ਅਕੋਰਡਿੰਗ ਹੋਊਗੀ। ਠੀਕ ਹੈ, ਕੰਪਨੀ ਐਕਟ 2013 ਦੇ ਅਕੋਰਡਿੰਗ ਹੋਊਗੀ। ਇਹ ਸਾਰੀ ਜਿਹੜੀ ਰਜਿਸਟ੍ਰੇਸ਼ਨ ਐਪਲੀਕੇਬਲ ਇਹਦੇ ਦੁਆਰਾ ਹੋਊਗੀ, ਗਵਰਨਮੈਂਟ ਕੰਪਨੀ ਦੇ ਅਕੋਰਡਿੰਗ ਹੋਊਗੀ। ਇਹਦੇ ਵਿੱਚ ਨਾਲੇ ਕਿਹੜਾ ਰੈਜ਼ੋਲੂਸ਼ਨ ਪਾਸ ਹੋਊਗਾ, ਸਪੈਸ਼ਲ ਰੈਜ਼ੋਲੂਸ਼ਨ। ਸਪੈਸ਼ਲ ਰੈਜ਼ੋਲੂਸ਼ਨ ਦਾ ਮਤਲਬ ਹੁੰਦਾ 75% ਵੋਟ ਉਹਨਾਂ ਦੇ ਫੇਵਰ 'ਚ ਹੋਵੇ ਤਾਂ ਉਹਨੂੰ ਸਪੈਸ਼ਲ ਰੈਜ਼ੋਲੂਸ਼ਨ ਬੋਲਦੇ ਆ। 2/3 ਮਤਲਬ ਇੰਨਾ ਹਿੱਸਾ ਘੱਟੋ ਘੱਟ ਹੋਵੇ। ਅੱਗੇ ਦੇਖੋ, ਓਨਰਸ਼ਿਪ मतलब मालिकाना हक ਜਿਹੜਾ ਕਿਹਦਾ ਹੁੰਦਾ, ਗਵਰਨਮੈਂਟ ਕੰਪਨੀ ਇਜ਼ ਹੋਲੀ ਔਰ ਪਾਰਸ਼ਲੀ ਓਨਡ ਬਾਏ ਦਾ ਗਵਰਨਮੈਂਟ। ਦ ਸ਼ੇਅਰ ਕੈਪੀਟਲ ਆਫ ਦੀਸ ਕੰਪਨੀ ਇਜ਼ ਓਨਡ ਬਾਏ ਦਾ ਗਵਰਨਮੈਂਟ ਆਫ ਇੰਡੀਆ ਇਨ ਦਾ ਨੇਮ ਆਫ ਪ੍ਰੈਜ਼ੀਡੈਂਟ। ਕਹਿੰਦੇ ਜਿਹੜੀ ਗਵਰਨਮੈਂਟ ਕੰਪਨੀ ਹੁੰਦੀ ਆ ਤਾਂ ਜਾਂ ਤਾਂ ਹੋਲੀ ਹੋਏਗੀ ਜਾਂ ਪਾਰਸ਼ਲੀ ਕਿ ਉਹਦਾ ਪੂਰਾ ਦਾ ਪੂਰਾ ਕੰਟਰੋਲ ਹੋਏਗਾ। ਠੀਕ ਹੈ, ਦਾ ਸ਼ੇਅਰ ਕੈਪੀਟਲ ਕਿਹਦੇ ਮਤਲਬ ਕਿ ਇਸਦੇ ਨਾਮ 'ਤੇ ਇਹਨਾਂ ਨੂੰ ਸ਼ੇਅਰ ਕੈਪੀਟਲ ਜਿਹਦੇ ਨਾਮ 'ਤੇ ਚੱਲਦੀ ਹੈ, ਉਹਨਾਂ ਦੀ ਪ੍ਰੈਜ਼ੀਡੈਂਟ ਦੇ ਨਾਮ 'ਤੇ। ਇਹ ਯਾਦ ਰੱਖਣਾ, ਇਹਨਾਂ ਦੀ ਜਿਹੜੇ ਸ਼ੇਅਰਾਂ ਦੇ ਨਾਮ ਹੁੰਦੇ ਨਾ ਪ੍ਰੈਜ਼ੀਡੈਂਟ ਦੇ ਨਾਮ 'ਤੇ ਹੀ ਚੱਲਦੇ ਨੇਗੇ। ਮੈਨੇਜਮੈਂਟ ਕਹਿੰਦੇ ਦਾ ਗਵਰਨਮੈਂਟ ਕੰਪਨੀ ਇਜ਼ ਮੈਨੇਜ ਬਾਏ ਦਾ ਬੋਰਡ ਆਫ ਡਾਇਰੈਕਟਰ। ਕਹਿੰਦੇ ਕਿਹਦੇ ਦੁਆਰਾ ਮੈਨੇਜ ਕੀਤੇ ਜਾਂਦੇ ਨੇ, ਬੋਰਡ ਆਫ ਡਾਇਰੈਕਟਰ ਦੁਆਰਾ, ਹੂ ਆਰ ਨੋਮੀਨੇਟਡ ਬਾਏ ਦਾ ਗਵਰਨਮੈਂਟ। ਕਹਿੰਦੇ ਉਹ ਕਿਹਦੇ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ, ਗਵਰਨਮੈਂਟ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਕਹਿੰਦੇ ਇਹਨਾਂ ਦੀ ਮੈਨੇਜਮੈਂਟ ਕਿਹਦੇ ਦੁਆਰਾ ਹੁੰਦੀ ਹੈ, ਬੋਰਡ ਆਫ ਡਾਇਰੈਕਟਰ। ਉੱਥੇ ਆਪਾਂ ਜਿਹੜੀ ਵੀ ਉੱਥੇ ਮੈਨੇਜਮੈਂਟ ਸਟੈਚੂਟਰੀ ਕਾਰਪੋਰੇਸ਼ਨ 'ਚ ਮੈਨੇਜਮੈਂਟ ਕਿਹਦੇ ਦੁਆਰਾ ਕੀਤੀ ਜਾਂਦੀ ਸੀਗੀ, ਮੈਨੇਜਮੈਂਟ ਕੀਤੀ ਜਾਂਦੀ ਸੀਗੀ। ਆਹ ਦੇਖੋ ਮੈਂ ਤੁਹਾਨੂੰ ਦਿਖਾ ਦੇਣਾ, ਇੱਥੇ ਆਪਸ਼ਨ ਹੈ, ਇੱਥੇ ਮੈਨੇਜ ਕੀਤੀ ਜਾਂਦੀ ਸੀ ਬੋਰਡ ਆਫ ਡਾਇਰੈਕਟਰ 'ਤੇ, ਪਰ ਨੋਮੀਨੇਟ ਗਵਰਨਮੈਂਟ ਦੇ ਵਿੱਚ ਹੁੰਦਾ ਸੀਗਾ। ਪਰ ਇੱਥੇ ਜਿਹੜੀ ਮੈਨੇਜਮੈਂਟ ਹੁੰਦੀ ਆ ਬੋਰਡ ਆਫ ਡਾਇਰੈਕਟਰ ਦੁਆਰਾ ਹੁੰਦੀ ਆ, ਪਰ ਨੋਮੀਨੇਟਡ ਵੀ ਗਵਰਨਮੈਂਟ ਨਾਲ ਹੁੰਦੀ ਆ। ਪਰ ਨਾਲ ਇੱਕ ਵਰਡ ਲਗਾਤਾ ਐਂਡ, ਦੇਖੋ ਐਂਡ ਅਦਰ ਸ਼ੇਅਰ ਹੋਲਡਰ, ਨਾਲ ਸ਼ੇਅਰ ਹੋਲਡਰ ਵੀ ਆ ਜਾਂਦੇ ਨੇਗੇ। ਗਵਰਨਮੈਂਟ ਵੀ ਹੁੰਦੀ ਹੈ ਨਾਲ ਸ਼ੇਅਰ ਹੋਲਡਰ ਵੀ ਆਉਂਦੇ। ਗਵਰਨਮੈਂਟ ਹੈਜ਼ ਦਾ ਅਥੋਰਟੀ ਟੂ ਅਪੋਇੰਟ ਮੈਜੋਰਟੀ ਆਫ ਦਾ ਡਾਇਰੈਕਟਰ। ਗਵਰਨਮੈਂਟ ਫਿਰ ਕੀ ਹੈ, ਇੱਕ ਡਾਇਰੈਕਟਰ ਨੂੰ ਵੀ ਕੀ ਕਰਦੀ ਆ, ਅਪੋਇੰਟ ਕਰਦੀ ਆ, ਜੋ ਮੈਜੋਰਟੀ ਦੁਆਰਾ ਉਹਨੂੰ ਚੁਣਿਆ ਜਾਂਦਾ। ਸਮਝ ਆ ਗਿਆ ਸਾਰਿਆਂ ਨੂੰ? ਠੀਕ ਹੈ, ਅੱਗੇ ਦੇਖੋ, ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਆ। ਸੈਪਰੇਟ ਲੀਗਲ ਐਂਟਿਟੀ ਦਾ ਮਤਲਬ, ਸੈਪਰੇਟ ਲੀਗਲ ਐਂਟਿਟੀ ਦੇ ਵਿੱਚ ਕੀ ਹੁੰਦਾ, ਇਹ
ਕਹਿੰਦੇ ਗਵਰਨਮੈਂਟ ਕੰਪਨੀ ਹੈਜ਼ ਸੈਪਰੇਟ ਲੀਗਲ ਐਂਟਿਟੀ, ਇਟ ਕੈਨ ਬਾਏ ਔਰ ਸੈਲ ਪ੍ਰੋਪਰਟੀ ਇਟਸ ਓਨ ਨੇਮ, ਇਟ ਕੈਨ ਐਂਟਰ ਇਨਟੂ ਕੰਟਰੈਕਟ ਇਟਸ ਓਨ ਨੇਮ। ਕਹਿੰਦੇ ਇਹਨਾਂ ਦੀ ਜਿਹੜੀ ਐਗਜ਼ਿਸਟੈਂਸ ਹੁੰਦੀ ਆ ਉਹ ਅਲੱਗ ਹੁੰਦੀ ਆ, ਗਵਰਨਮੈਂਟ ਤੋਂ ਕੀ ਹੁੰਦੀ ਆ, ਅਲੱਗ ਹੁੰਦੀ ਆ। ਹੁਣ ਐਗਜ਼ਿਸਟੈਂਸ ਗਵਰਨਮੈਂਟ ਤੋਂ ਅਲੱਗ ਹੋਏਗੀ ਅਤੇ ਇਹ ਆਪਣੀ ਪ੍ਰੋਪਰਟੀ ਸੈੱਲ 'ਤੇ ਬਾਏ ਕਰ ਸਕਦੇ ਨੇਗੇ ਉਹਨਾਂ ਦੇ ਨਾਮ 'ਤੇ। ਮਤਲਬ ਜਿਹੜੇ ਹੁਣ ਮੈਂ ਤੁਹਾਨੂੰ ਸਮਝਾਇਆ ਸੀਗਾ, ਇਹ ਦੇਖੋ ਸਟੀਲ ਅਥਾਰਟੀ ਆਫ ਇੰਡੀਆ, ਸਟੇਟ ਟ੍ਰੇਡਿੰਗ ਕਾਰਪੋਰੇਸ਼ਨ, ਹਿੰਦੁਸਤਾਨ ਮਸ਼ੀਨ ਟੂਲਸ, ਇਹ ਨਾਮ ਨੇਗੇ ਕੰਪਨੀਆਂ ਦੇ। ਇਹ ਆਪਣੇ ਇਹਨਾਂ ਦੇ ਨਾਮ 'ਤੇ ਹੀ ਆਪਣੇ ਸ਼ੇਅਰ ਨੂੰ ਖਰੀਦ ਵੇਚ ਸਕਦੇ ਨੇਗੇ, ਠੀਕ ਹੈ। ਅੱਗੇ ਆਉਂਦੇ ਆ ਮਿਨਿਸਟਰੀ ਕੰਟਰੋਲ। ਮਿਨਿਸਟਰੀਅਲ ਕੰਟਰੋਲ ਕਿਹਦਾ ਹੁੰਦਾ, ਗਵਰਨਮੈਂਟ ਕੰਪਨੀ ਇਜ਼ ਸਬਜੈਕਟ ਟੂ ਮਿਨਿਸਟਰੀਅਲ ਕੰਟਰੋਲ, ਦਾ ਕੰਸਰਨਡ ਮਿਨਿਸਟਰੀ ਮੇਕਸ ਅਪੁਆਇੰਟਮੈਂਟਸ ਆਫ ਡਾਇਰੈਕਟਰ। ਕਹਿੰਦੇ ਜਿਹੜੇ ਕੰਸਰਨ ਮਿਨਿਸਟਰੀ ਆ ਉਹ ਕਿਹਨੂੰ ਅਪੁਆਇੰਟ ਕਰਦੇ ਨੇ, ਡਾਇਰੈਕਟਰ ਨੂੰ ਅਪੁਆਇੰਟ ਕਰਦੇ ਨੇ। ਦਾ ਮਿਨਿਸਟਰੀ ਮੇ ਇਸ਼ੂ ਡਾਇਰੈਕਸ਼ਨ ਐਂਡ ਕੈਨ ਅਜ਼ਿਊਮ ਦਾ ਓਵਰਆਲ ਸੁਪਰਵਿਜ਼ਨ ਆਫ ਦਾ ਅੰਡਰਟੇਕਿੰਗ। ਕਹਿੰਦੇ ਇਹਨਾਂ ਦੇ ਵਿੱਚ ਜਿਹੜੀ ਗੌਰਮੈਂਟ ਕੰਪਨੀ ਕੀ ਹੁੰਦੀ ਆ, ਇਹਨਾਂ ਦਾ ਜਿਹੜਾ ਕੰਟਰੋਲ ਹੁੰਦਾ ਮਿਨਿਸਟਰੀ ਦੇ ਅੰਡਰ ਹੁੰਦਾ ਕੰਟਰੋਲ, ਠੀਕ ਹੈ। ਉਹੀ ਡਾਇਰੈਕਟਰ ਨੂੰ ਅਪੁਆਇੰਟ ਕਰਵਾਉਂਦੇ ਨੇਗੇ। ਉਹ ਡਾਇਰੈਕਟਰ ਹੈ ਉਹ ਉਹਨਾਂ ਦੇ ਅਕੋਰਡਿੰਗ ਹੀ ਸੁਪਰਵਿਜ਼ਨ ਕਰਦਾ, ਉਹਨਾਂ ਦੇ ਅਕੋਰਡਿੰਗ ਹੀ ਕੰਮ ਕਰਦਾ ਮਿਨਿਸਟਰੀ ਕੰਟਰੋਲ ਦੇ ਵਿੱਚ। ਫਾਈਨੈਂਸ਼ੀਅਲ ਐਟਨੋਮੀ, ਕਹਿੰਦੇ ਦ ਗਵਰਨਮੈਂਟ ਕੰਪਨੀ ਇੰਜੋਇੰਗ borrowing power, it can raise capital by issue of various security, it is free to use its revenue for the growth and expansion of the company। ਕਹਿੰਦੇ ਜਿਹੜਾ ਗਵਰਨਮੈਂਟ ਕੰਪਨੀ ਹੁੰਦੀ ਹੈ ਉਹ ਇੰਜੋਏ ਕਰਦੇ ਨੇ ਬੋਰਿੰਗ ਪਾਵਰਸ, ਠੀਕ ਹੈ। it can raise the capital of by issuing various security, it is free to use revenue from the growth and expansion of the company। ਹੁਣ ਡਿਪਾਰਟਮੈਂਟਲ ਅੰਡਰਟੇਕਿੰਗ 'ਚ ਕੀ ਸੀਗਾ ਕਿ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਗੌਰਮੈਂਟ ਦੇ ਖਜ਼ਾਨੇ 'ਚ ਜਾਂਦਾ ਸੀ, ਪਰ ਇਹਦੇ ਵਿੱਚ ਕੀ ਆ, ਜਿਹੜਾ ਪੈਸਾ ਇਹਨਾਂ ਤੋਂ ਇਕੱਠਾ ਹੁੰਦਾ ਉਹ ਆਪਦੇ ਜਿਹੜੇ ਡਿਪਾਰਟਮੈਂਟ ਹੈ, ਜਿਹੜਾ ਇਹਨਾਂ ਦਾ ਔਰਗਨਾਈਜੇਸ਼ਨ ਹੈ ਉਹਨੂੰ ਐਕਸਪੈਂਡ ਕਰਨ ਅਤੇ ਉਹਨੂੰ ਗਰੋ ਕਰਨ ਦੇ ਵਿੱਚ ਕੀ ਕਰਦੇ ਨੇ, ਕੰਮ ਕਰਦੇ ਨੇ। ਐਫੀਸ਼ੀਐਂਟ ਸਟਾਫ, ਕਹਿੰਦੇ ਦਾ ਰਿਕਰੂਟਮੈਂਟ ਐਂਡ ਰੈਮੂਨੇਸ਼ਨ ਆਫ ਇੰਪਲੋਈ ਆਫ ਗੌਰਮੈਂਟ ਕੰਪਨੀ ਇਜ਼ ਇੰਡੀਪੈਂਡੈਂਟਲੀ decided by the government company itself, they are not governed by the civil service rule। ਕਹਿੰਦੇ ਇਹਨਾਂ ਦਾ ਜਿਹੜਾ ਸਟਾਫ ਹੁੰਦਾ ਉਹ ਕੀ ਹੁੰਦਾ, ਐਫੀਸ਼ੀਐਂਟ ਹੁੰਦਾ। ਹੁਣ ਐਫੀਸ਼ੀਐਂਟ ਕੀ ਹੁੰਦਾ, ਇਹ ਤੁਹਾਨੂੰ ਪਤਾ ਹੈ, ਜਿਹੜਾ ਡਿਪਾਰਟਮੈਂਟ ਅੰਡਰਟੇਕਿੰਗ 'ਚ ਸਮਝਾਇਆ ਸੀਗਾ ਉਹਦੇ ਵਿੱਚ ਐਫੀਸ਼ੀਐਂਟ ਸਟਾਫ ਤਾਂ ਹੋ ਸਕਦਾ ਹੈ, ਪਰ ਉਹ ਕੰਮ ਐਫੀਸ਼ੀਐਂਟਲੀ ਤਰੀਕੇ ਨਾਲ ਨਹੀਂ ਕਰਦੇ ਕਿਉਂਕਿ ਉਹ ਕੋਈ ਫੈਸਲੇ ਇੰਡੀਪੈਂਡੈਂਟਲੀ ਤਰੀਕੇ ਨਾਲ ਨਹੀਂ ਲੈ ਸਕਦੇ, ਉਹ ਚੇਂਜਸ ਨਹੀਂ ਹੁੰਦੀਆਂ। ਪਰ ਇਹਦੇ ਵਿੱਚ ਜਿਹੜਾ ਇਹ ਆਪਣਾ ਫੈਸਲੇ ਇੰਡੀਪੈਂਡੈਂਟਲੀ ਲੈ ਸਕਦੇ ਆ, ਡਿਪੈਂਡੈਂਟ ਨਹੀਂ ਹੁੰਦੇ, ਇਸ ਲਈ ਇੱਥੇ ਉਹ ਸਿਵਲ ਸਰਵੈਂਟ ਨਹੀਂ ਹੁੰਦੇ, ਇਸ ਲਈ ਆਪਣੇ ਰੈਮੂਨੇਸ਼ਨ ਰਿਕਰੂਟਮੈਂਟ ਆਪਣੇ ਕੰਪਨੀ ਦੇ ਔਰਗਨਾਈਜੇਸ਼ਨ ਦੇ ਅਕੋਰਡਿੰਗ ਕਰ ਸਕਦੇ ਨੇ। ਹੁਣ ਇਹਦੇ ਵਿੱਚ ਦੇਖੋ ਜਵਾਬਦੇਹੀ, ਅਕਾਊਂਟੇਬਿਲਿਟੀ, the government company are accountable to the ministry or the departmental concerned, its annual report is presented and discussed in the parliament or state assembly। ਕਹਿੰਦੇ ਜਿਹੜੀ ਅਕਾਊਂਟੇਬਿਲਿਟੀ ਮਤਲਬ ਹੁੰਦਾ ਜਵਾਬਦੇਹੀ। ਜਵਾਬਦੇਹੀ ਕੀ ਹੈ, ਕਹਿੰਦੇ ਕਿ ਗੌਰਮੈਂਟ ਕੰਪਨੀ ਅਕਾਊਂਟੇਬਲ ਹੁੰਦੀ ਆ ਕਿਹਨੂੰ, ਮਿਨਿਸਟਰੀ ਨੂੰ, ਠੀਕ ਹੈ। ਮਿਨਿਸਟਰੀ ਨੂੰ ਅਕਾਊਂਟੇਬਲ ਹੁੰਦੀ ਆ ਜਾਂ ਡਿਪਾਰਟਮੈਂਟ ਕੰਸਰਨ, ਜਿਹੜੀ ਵੀ ਡਿਪਾਰਟਮੈਂਟ ਨਾਲ ਕੰਸਰਨ ਕਰਦਾ। ਇਹ ਐਨੂਅਲ ਰਿਪੋਰਟ ਡਿਸਕਸ ਕੀਤੀ ਜਾਂਦੀ ਹੈ ਕਿਹਦੇ ਵਿੱਚ, ਪਾਰਲੀਮੈਂਟ ਅਤੇ ਸਟੇਟ ਅਸੈਂਬਲੀ ਦੇ ਵਿੱਚ। ਇਹਨਾਂ ਦੀ ਜਿਹੜੀ ਵੀ ਗੌਰਮੈਂਟ ਕੰਪਨੀ ਦੀ ਐਨੂਅਲ ਰਿਪੋਰਟ ਪਾਰਲੀਮੈਂਟ ਜਾਂ ਸਟੇਟ ਅਸੈਂਬਲੀ ਦੇ ਵਿੱਚ ਡਿਸਕਸ ਕੀਤੀ ਜਾਂਦੀ ਹੈ। ਅੱਗੇ ਦੇਖੋ ਸਟੂਡੈਂਟਸ, ਮੈਰਿਟਸ ਦੇ ਵਿੱਚ ਦੇਖੋ ਐਡਮਿਨਿਸਟ੍ਰੇਟਿਵ ਐਟੋਨੋਮੀ, ਕਹਿੰਦੇ ਗਵਰਨਮੈਂਟ ਕੰਪਨੀਜ਼ ਰਿਲੇਟਿਵਲੀ ਫਰੀ ਫਰੋਮ ਗਵਰਨਮੈਂਟ ਐਂਡ ਪੋਲੀਟੀਕਲ ਇੰਟਰਫੇਰੈਂਸ, ਇਟ ਕੈਨ function freely and smoothly under the general vigilance of the government, suitable changes can be introduced whenever needed in the provision of a company act। ਕਹਿੰਦੇ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਐਟੋਨੋਮੀ ਕੀ ਹੈ, ਇਹ ਗੌਰਮੈਂਟ ਤੋਂ ਕੀ ਹੁੰਦੇ ਨੇਗੇ, ਮਤਲਬ ਜਿਹੜੀ ਗੌਰਮੈਂਟ ਦੀ ਇੰਟਰਫੇਅਰੈਂਸ ਉਹ ਜ਼ਿਆਦਾਤਰ ਫਰੀ ਹੁੰਦੇ ਨੇਗੇ, ਪੋਲੀਟੀਕਲ ਇੰਟਰਫੇਅਰੈਂਸ ਤੋਂ ਵੀ ਫਰੀ ਹੁੰਦੇ ਨੇਗੇ, ਜਿਹਦੇ ਨਾਲ ਆਪਣੇ ਫੈਸਲੇ ਇਹ ਲੈ ਸਕਦੇ ਨੇ। ਫਲੈਕਸੀਬਿਲਿਟੀ ਇਹਨਾਂ 'ਚ ਬਹੁਤ ਜ਼ਿਆਦਾ ਹੁੰਦੀ ਹੈ, ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਔਰਗਨਾਈਜੇਸ਼ਨ ਦੇ ਵਿੱਚ ਤਾਂ ਇਹ ਕੁਇੱਕ ਐਕਸ਼ਨ ਲੈ ਸਕਦੇ ਨੇ, ਕੁਇੱਕ ਫੈਸਲੇ ਲੈ ਸਕਦੇ ਨੇ, ਤਾਂ ਉਹਦੇ ਵਿੱਚ ਕੋਈ ਵੀ ਦੇਰੀ ਨਾ ਹੋ, ਤਾਂ ਉਹਨਾਂ ਦੀ ਔਰਗਨਾਈਜੇਸ਼ਨ ਬੈਸਟ ਤੋਂ ਬੈਸਟ ਕੰਮ ਕਰ ਸਕਦੇ ਹਨ। ਐਫੀਸ਼ੀਐਂਟ ਸਟਾਫ ਹੁੰਦਾ, ਜਿਵੇਂ ਉੱਪਰ ਵੀ ਮੈਂ ਸਮਝਾਇਆ ਸੀਗਾ, ਇਹ ਇਹਨਾਂ ਦੀ ਰੈਮੂਨੇਸ਼ਨ ਰੂਲ ਐਂਡ ਰੈਗੂਲੇਸ਼ਨ ਡਿਪਾਰਟਮੈਂਟ ਦੇ ਆਪਦੇ ਅੱਡ ਹੁੰਦੇ ਨੇ, ਜੋ ਆਪਣੀ ਬੈਟਰ ਸਰਵਿਸਿਜ਼ ਦਿੰਦਾ ਉਹਨਾਂ ਨੂੰ ਜ਼ਿਆਦਾ ਇਨਸੈਂਟਿਵਸ 'ਤੇ ਆਪਣੇ ਹਿਸਾਬ ਨਾਲ ਦੇ ਸਕਦੇ ਨੇ। ਕੋਲੈਬੋਰੇਟ ਦਾ ਮਤਲਬ ਹੁੰਦਾ
कि मान लो द गवर्नमेंट कंपनी कैन अवेल एंड अकोमोडेट मैनेजर स्किल टेक्निकल हाउ नो एंड एक्सपर्टाइज ऑफ प्राइवेट एंटरप्राइज बाय कन्वीनियंटली कोलैबोरेट विद इट। कोलैबोरेट का मतलब मिल के चलती है। जो अगर कोई बंदो किसी बंदे ਦੇ ਵਿੱਚ ਮੈਨੇਜਰ ਸਕਿੱਲਸ ਹੁੰਦੀ ਹੈ, ਟੈਕਨੀਕਲ ਹਾਓ ਨਾ ਹੁੰਦਾ ਜਾਂ ਐਕਸਪਰਟਾਈਜ਼ ਹੁੰਦੀ ਹੈ, ਤਾਂ ਉਹ ਡਿਸਕਸ ਕਰ ਲੈਂਦੇ ਆ ਪ੍ਰਾਈਵੇਟ ਨਾਲ ਕਿ ਤੁਸੀਂ ਇਹਨਾਂ ਨੂੰ ਹੋਰ ਵਧਾਓ, ਹੋਰ ਆਪਣੇ ਆਰਗੇਨਾਈਜੇਸ਼ਨ ਨੂੰ ਵਧਾਓ, ਤਾਂ ਜੋ ਜਦੋਂ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਕੋਲੈਬੋਰੇਟ ਕਰ ਸਕਦੇ ਨੇ ਕਿ ਮਿਲ ਕੇ ਕੰਮ ਕਰਨਾ, ਕੋਲੈਬੋਰੇਟ ਕਰਕੇ ਕੰਮ ਕਰ ਸਕਦੇ ਨੇਗੇ ਤਾਂ ਜੋ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ, ਅਤੇ ਉਹਨਾਂ ਨਾਲ ਮਿਲ ਕੇ ਕੰਮ ਕਰ ਸਕਦੇ ਨੇ ਤਾਂ ਜੋ ਕਿ ਅੱਗੇ ਉਹਨਾਂ ਦੀ ਸਕਿੱਲਸ ਨੂੰ ਹੋਰ ਇੰਪਰੂਵ ਕੀਤਾ ਜਾਵੇ, ਉਹਨਾਂ ਦੇ ਨੋ ਹਾਊ ਨੂੰ ਮਤਲਬ ਜੋ ਵੀ ਐਕਸਪਰਟਾਈਜ਼ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਕੇ ਆਪਣੀ ਆਰਗੇਨਾਈਜੇਸ਼ਨ ਨੂੰ ਬੈਸਟ ਤੋਂ ਬੈਸਟ ਬੈਨੀਫਿਟ ਦਿਵਾ ਸਕਣ। ਅੱਗੇ ਆਉਂਦਾ ਡੀਮੈਰਿਟਸ ਡਿਸਐਡਵਾਂਟੇਜਸ ਆਫ ਗੌਰਮੈਂਟ ਕੰਪਨੀ। ਹੁਣ ਤੁਹਾਨੂੰ ਪਤਾ ਹਰੇਕ ਚੀਜ਼ ਦੇ ਐਡਵਾਂਟੇਜਸ ਹੁੰਦੇ ਨੇ, ਡਿਸਐਡਵਾਂਟੇਜਸ ਵੀ ਹੁੰਦੇ ਨੇਗੇ। ਹੁਣ ਉਹੀ ਹੈ ਐਟੋਨੋਮੀ ਇਹ ਕਿੱਥੇ ਹੁੰਦੀ ਹੈ, ਪੇਪਰ ਦੇ ਵਿੱਚ ਹੀ ਹੁੰਦੀ ਹੈ। ਮਤਲਬ ਪੇਪਰ ਓਨਲੀ ਮਤਲਬ ਗੌਰਮੈਂਟ ਦਾ ਉੱਪਰ ਪੜ੍ਹਾਇਆ ਸੀਗਾ, ਇੰਟਰਫੇਅਰੈਂਸ ਘੱਟ ਹੁੰਦਾ ਪਰ ਉਹ ਸਿਰਫ ਕਿਤਾਬਾਂ 'ਚ ਥਿਓਰੈਟੀਕਲ ਹੀ ਹੈ, ਪਰ ਰੀਅਲ ਲਾਈਫ 'ਚ ਇਹਨਾਂ ਦਾ ਬਹੁਤ ਜ਼ਿਆਦਾ ਇੰਟਰਫੇਅਰੈਂਸ ਹੁੰਦਾ ਹੈ ਅਤੇ ਇਹ ਇੰਟਰਫੇਅਰੈਂਸ ਇੰਨੀ ਜ਼ਿਆਦਾ ਕਰਦੇ ਨੇ ਜਿਸ ਵਜ੍ਹਾ ਨਾਲ ਕੋਈ ਵੀ ਫੈਸਲੇ ਇਹ ਆਸਾਨੀ ਨਾਲ ਨਹੀਂ ਲੈ ਪਾਉਂਦੇ। ਠੀਕ ਹੈ, ਪ੍ਰੈਕਟੀਕਲੀ। ਹੁਣ ਪੋਲੀਟੀਕਲ ਇੰਟਰਫੇਅਰੈਂਸ ਵਾਲਾ ਪੁਆਇੰਟ ਵੀ ਆ ਗਿਆ। ਫਿਰ ਪੋਲੀਟੀਕਲ ਇੰਟਰਫੇਅਰੈਂਸ ਵੀ ਬਹੁਤ ਜ਼ਿਆਦਾ ਹੁੰਦਾ ਕਿ ਜਿਸ ਵਜ੍ਹਾ ਨਾਲ ਇਹ ਆਪਣੇ ਉਹਨਾਂ ਦੇ ਅਕੋਰਡਿੰਗ ਹੀ ਕੰਮ ਕਰਾਉਂਦੇ ਨੇਗੇ। ਅੱਗੇ ਆਉਂਦਾ ਬੋਰਡ ਪੈਕਡ ਵਿਦ ਗੌਰਮੈਂਟ ਰਿਪਰੈਜ਼ੈਂਟੇਟਿਵ। ਦ ਬੋਰਡ ਆਫ ਡਾਇਰੈਕਟਰ ਇਜ਼ ਇਨ ਗੌਰਮੈਂਟ ਕੰਪਨੀ ਇਜ਼ ਅਪੋਇੰਟਡ ਬਾਏ ਦ ਗੌਰਮੈਂਟ, ਸੋ these director always try to please the government rather than improving efficiency of the government company। ਕਹਿੰਦੇ ਬੋਰਡ ਪੈਕਡ ਵਿਦ ਗੌਰਮੈਂਟ ਰਿਪਰੈਜ਼ੈਂਟੇਟਿਵ ਹਮੇਸ਼ਾ ਜਿਹੜੇ ਇਹ ਕੰਮ ਕਿਹਦੇ ਅਕੋਰਡਿੰਗ ਚੱਲਦੇ ਨੇ, ਗੌਰਮੈਂਟ ਕੰਪਨੀ ਦੇ ਅਕੋਰਡਿੰਗ ਚੱਲਦੇ ਨੇ। ਡਾਇਰੈਕਟਰ ਵੀ ਕਿਹਦੇ ਅਕੋਰਡਿੰਗ ਕੰਮ ਕਰਦੇ ਨੇ, ਗੌਰਮੈਂਟ ਕੰਪਨੀ ਦੇ ਅਕੋਰਡਿੰਗ ਕਰਦੇ ਨੇ, ਜਿਸ ਵਜ੍ਹਾ ਨਾਲ ਜਿਹੜੇ ਵੀ ਫੈਸਲੇ ਹੁੰਦੇ ਨੇ ਗੌਰਮੈਂਟ ਦੇ ਅਧੀਨ ਹੀ ਰਹਿ ਜਾਂਦੇ ਨੇ ਕਿ ਜਿਸ ਵਜ੍ਹਾ ਨਾਲ ਜ਼ਿਆਦਾਤਰ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਗੌਰਮੈਂਟ ਦੇ ਅਧੀਨ ਹੀ ਹੁੰਦੇ ਨੇ, ਜਿਸ ਵਜ੍ਹਾ ਨਾਲ ਉਹ ਸਹੀ ਤਰੀਕੇ ਨਾਲ ਫੈਸਲੇ ਜੋ ਲੈਣੇ ਚਾਹੀਦੇ ਨੇ ਉਹ ਨਹੀਂ ਲੈ ਪਾਉਂਦੇ ਕਿਉਂਕਿ ਗੌਰਮੈਂਟ ਇਹਦੇ ਵਿੱਚ ਆਪਣੀ ਮਨਮਰਜ਼ੀ ਕਰਦੀ ਆ। ਸੂਟੇਬਲ ਕੀ ਆ ਇਹ ਜ਼ਿਆਦਾਤਰ ਸੂਟੇਬਲ ਕੰਟਰੋਲ ਪ੍ਰਾਈਵੇਟ ਸੈਕਟਰ ਵਿਦਆਊਟ ਨੈਸ਼ਨਲਾਈਜੇਸ਼ਨ ਹੋ ਜਾਂਦਾ, ਇਹ ਸਾਰਾ ਇਹਨਾਂ ਦੇ ਅੰਦਰ ਆ ਜਾਂਦਾ। ਅੱਗੇ ਦੇਖੋ ਪਹਿਲਾਂ ਤਾਂ ਆਹ ਪੜ੍ਹੋ ਕਿ ਕੇਸ ਸਟੱਡੀ ਕੀ ਹੁੰਦੀ ਆ। ਕਹਿੰਦੇ GAIL ਗੈਸ ਅਥਾਰਟੀ ਆਫ ਇੰਡੀਆ ਇਜ਼ ਕੈਰਿੰਗ ਔਨ ਪਹਿਲਾਂ ਤਾਂ ਇਹਦੇ ਵਿੱਚ ਆਹ ਦੇਖਿਆ ਕਰੋ ਕੁਐਸਚਨ 'ਚ ਪੁੱਛਿਆ ਕਿ ਨੇਮ ਦਾ ਟਾਈਪ ਆਫ ਪਬਲਿਕ ਸੈਕਟਰ ਐਂਟਰਪ੍ਰਾਈਜ਼। ਹੁਣ ਤੁਹਾਨੂੰ ਪਤਾ ਆਹ ਗੇਲ ਇਹ ਕੀ ਆ, ਗੌਰਮੈਂਟ ਕੰਪਨੀ ਆ, ਤਾਂ ਇਹ ਗੌਰਮੈਂਟ ਕੰਪਨੀਆਂ ਦਾ ਕਹਿੰਦੇ ਇੱਕ ਗੌਰਮੈਂਟ ਬਾਏ ਸ਼ੇਅਰ ਕਿਹਦੇ ਨਾਮ 'ਤੇ ਕਰਦਾ ਹੈ, ਤੁਹਾਨੂੰ ਥਿਊਰੀ 'ਚ ਹੀ ਪੜ੍ਹ ਰਿਹਾ ਪ੍ਰੈਜ਼ੀਡੈਂਟ ਆਫ ਇੰਡੀਆ ਦੇ, ਇੱਥੇ ਵੀ ਪੜ੍ਹਨ ਦੀ ਲੋੜ ਨਹੀਂ। ਵੇਅਰ ਡਜ਼ ਗੌਰਮੈਂਟ ਕੰਪਨੀ ਸਬਮਿਟ ਹਿਟਸ ਰਿਪੋਰਟ, ਇੱਥੇ ਵੀ ਪੜ੍ਹਨ ਦੀ ਲੋੜ ਨਹੀਂ ਕਿ ਗੌਰਮੈਂਟ ਕੰਪਨੀ ਸਬਮਿਟ ਕਿਹਨੂੰ ਕਰਦੀ ਹੈ ਰਿਪੋਰਟ, ਪਾਰਲੀਮੈਂਟ ਨੂੰ, ਹਾਊਸ 'ਚ ਲੋਕ ਸਭਾ ਨੂੰ ਜਾਂ ਰਾਜ ਸਭਾ ਨੂੰ। ਕਲੀਅਰ ਹੈ ਗੱਲ, ਇਹ ਤੁਹਾਨੂੰ ਸਿੱਧਾ ਪਤਾ। ਆਹ ਤੁਹਾਡਾ ਹੋਮਵਰਕ ਹੈ ਕਿ ਕੰਪੈਰੀਜ਼ਨ ਕਰਨਾ ਡਿਪਾਰਟਮੈਂਟ ਪਬਲਿਕ ਅਤੇ ਗੌਰਮੈਂਟ ਕੰਪਨੀ। ਅਗਲੇ ਪੇਜ 'ਤੇ ਦੇਖ ਲਓ ਇਹਨਾਂ ਦੇ ਹੋਰ ਕੰਪੈਰੀਜ਼ਨ ਨੇਗੇ। ਠੀਕ ਆ, ਅਤੇ ਆਹ ਡਿਫਰੈਂਸ ਨੇਗੇ ਜਿਹੜੇ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ। ਪੜ੍ਹ ਲਿਓ, ਜੇ ਅਗਰ ਨਾ ਸਮਝ ਆਇਆ ਤਾਂ ਮੈਂ ਸਮਝਾ ਦੂੰਗਾ। ਠੀਕ ਹੈ ਸਟੂਡੈਂਟਸ, ਕਲੀਅਰ ਹੋ ਗਿਆ। ਅਤੇ ਨੈਕਸਟ ਕਲਾਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਇਹਨੂੰ ਵੀ ਡਿਸਕਸ ਕਰ ਲਾਂਗੇ ਅਤੇ ਫਿਰ ਅੱਗੇ ਆਪਾਂ ਚੱਲਾਂਗੇ। ਅਤੇ ਅੱਜ ਲਈ ਇੰਨਾ ਹੀ ਹੈ। ਅੱਜ ਦੀਆਂ ਜਿਹੜੀਆਂ 2 ਲੈਕਚਰ ਨੇਗੇ 2 ਲੈਕਚਰ ਲਗਾਉਣੇ ਨੇ ਤੁਸੀਂ, ਅਤੇ ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ। ਇਹ ਆਪਣੇ ਇਸ 3rd ਚੈਪਟਰ ਦਾ 3rd ਪਾਰਟ ਹੈ। ਠੀਕ ਹੈ, ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।